ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਤੁਹਾਡੇ ਲਈ 28 ਨੰਬਰ ਟੈਸਟ ਲੈ ਕੇ ਆਏ ਹਾਂ ਤੇ ਕਰਦੇ ਹਾਂ ਜੀ ਸਟਾਰਟ ਬਿਨਾਂ ਕਿਸੇ ਦੇਰੀ ਤੋਂ। ਫਸਟ ਕੁਐਸਚਨ ਹੈ ਜੀ ਸਾਡੇ ਕੋਲ, ਇਫ ਵੈਨ ਟਰਨਿੰਗ ਟੂ ਐਂਟਰ ਅਨਦਰ ਰੋਡ, ਕਿ ਤੁਸੀਂ ਮੁੜੇ ਹੋ ਇੱਕ ਹੋਰ ਰੋਡ ਦੇ ਉੱਪਰ ਐਂਟਰ ਕਰਨ ਦੇ ਲਈ। ਦੇਰ ਆਰ ਪੈਡਸਟਰੀਅਨ ਕ੍ਰੋਸਿੰਗ, ਅਤੇ ਉੱਥੇ ਜਿਹੜੇ ਰਾਹਗੀਰ ਹੈ ਉਹ ਕ੍ਰੋਸ ਕਰਦੇ ਪਏ ਰੋਡ ਨੂੰ। ਸ਼ੁੱਡ ਯੂ ਗਿਵ ਵੇ, ਤਾਂ ਕੀ ਤੁਹਾਨੂੰ ਰਾਹ ਦੇਣਾ ਚਾਹੀਦਾ? ਆਪਸ਼ਨ ਏ ਹੈ ਜੀ ਯੈਸ, ਬਟ ਓਨਲੀ ਇਫ ਆ ਕ੍ਰੋਸ ਵਾਕ ਐਗਜ਼ਿਸਟ। ਬੀ ਹੈਗਾ ਨੋ, ਅਤੇ ਸੀ ਹੈਗਾ ਯੈਸ। ਅਤੇ ਇਹਦਾ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਸੀ ਜੀ, ਕਿ ਹਾਂ ਸਾਨੂੰ ਰਾਹ ਦੇਣਾ ਉਹਨਾਂ ਨੂੰ ਬਣਦਾ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 2 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਇਫ ਆ ਵਹੀਕਲ ਹੈਜ਼ ਦਾ ਰਾਈਟ ਟਰਨ ਸਿਗਨਲ ਔਨ, ਕਿ ਅਗਰ ਇੱਕ ਵਹੀਕਲ ਦਾ ਸੱਜੇ ਹੱਥ ਵਾਲਾ ਜਿਹੜਾ ਮੁੜਨ ਦਾ ਸਿਗਨਲ ਆ, ਇੰਡੀਕੇਟਰ ਵੀ ਆ ਕਹਿ ਸਕਦੇ ਔਨ ਆ, ਬਟ ਦਾ ਡਰਾਈਵਰ ਸਿਗਨਲ ਦੇਅਰ ਇੰਟੈਂਸ਼ਨ, ਬਟ ਡਰਾਈਵਰ ਨੇ ਆਪਣੇ ਨੂੰ ਸਿਗਨਲ ਦਿੱਤਾ ਵਾ, ਉਹਦੀ ਆਪਣੀ ਇੰਟੈਂਸ਼ਨ ਦੱਸੀ, ਮਤਲਬ ਕਿ ਆਪਣੀ ਉਹਨੇ ਆਈਡੀਆ ਦਿੱਤਾ ਵਾ ਕਿ ਟੂ ਟਰਨ ਲੈਫਟ ਵਿਦ ਦੇ ਆਰਮ, ਕਿ ਆਪਣੀ ਬਾਂਹ ਦੇ ਨਾਲ ਕਿ ਉਹ ਖੱਬੇ ਹੱਥ ਨੂੰ ਮੁੜਨ ਜਾ ਰਿਹਾ। ਠੀਕ ਹੈ, ਵਿਚ ਸਿਗਨਲ ਪ੍ਰੀਵੇਲਸ, ਅਤੇ ਇਹਨਾਂ ਦੋਵਾਂ ਸਿਗਨਲ ਦੇ ਵਿੱਚੋਂ, ਮਤਲਬ ਕਿ ਜਿਹੜਾ ਗੱਡੀ 'ਚ ਉਹਨੇ ਦਿੱਤਾ ਵਾ ਸੱਜੇ ਹੱਥ ਮੁੜਨ ਦਾ ਸਿਗਨਲ, ਅਤੇ ਹੱਥ ਨਾਲ ਦਿੱਤਾ ਉਹਨੇ ਖੱਬੇ ਹੱਥ ਮੁੜਨ ਦਾ ਸਿਗਨਲ। ਠੀਕ ਹੈ ਜੀ, 2 ਸਿਗਨਲ ਹੋ ਗਏ ਹੁਣ। ਤਾਂ ਉਹ ਕਹਿੰਦਾ ਵੀ ਵਿਚ ਸਿਗਨਲ ਪ੍ਰੀਵੇਲ, ਕਿ ਕਿਹਦੀ ਪਹਿਲ ਹੋਏਗੀ ਜਾਂ ਕਿਹਨੂੰ ਮੰਨਿਆ ਜਾਏਗਾ ਕਿ ਸਹੀ ਹੈ। ਠੀਕ ਹੈ, ਆਪਸ਼ਨ ਇਹਦੇ ਵਿੱਚ ਕਹਿੰਦਾ ਦਾ ਵਨ ਪਰਫੋਰਮਡ ਵਿਦ ਦਾ ਆਰਮ, ਬੀ ਹੈਗਾ ਦਾ ਲਾਈਟ ਸਿਗਨਲ, ਅਤੇ ਸੀ ਹੈਗਾ ਇਟ ਡਿਪੈਂਡਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਦਾ ਵਨ ਪਰਫੋਰਮਡ ਵਿਦ ਦਾ ਆਰਮ, ਕਿ ਜਿਹੜਾ ਇੱਕ ਬਾਂਹ ਦੇ ਨਾਲ ਸਿਗਨਲ ਦਿੱਤਾ ਗਿਆ ਵਾ ਉਹਨੂੰ ਮੰਨਿਆ ਜਾਵੇਗਾ ਜੀ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 3 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਅਲਕੋਹਲ ਇਜ਼ ਆਲਵੇਜ਼ ਡੇਂਜਰਸ, ਕਿ ਜਿਹੜੀ ਅਲਕੋਹਲ ਹੈਗੀ ਆ ਹਮੇਸ਼ਾ ਖਤਰਨਾਕ ਹੈਗੀ ਹੈ ਫॉर ਰੋਡ ਸੇਫਟੀ, ਰੋਡ ਦੀ ਸੁਰੱਖਿਆ ਦੇ ਲਈ, ਰੋਡ ਦੀ ਸੇਫਟੀ ਦੇ ਲਈ। ਠੀਕ ਹੈ, ਆਪਸ਼ਨ ਇਹਦੇ ਵਿੱਚ ਕਹਿੰਦਾ ਐਕਸੈਪਟ ਇਫ ਇਟ ਇਜ਼ ਕੰਜ਼ਿਊਮਡ ਇਨ ਸਮॉल ਅਮਾਊਂਟਸ, ਬੀ ਕਹਿ ਰਿਹਾ ਐਕਸੈਪਟ ਫॉर ਦੋਜ਼ ਹੂ ਆਰ ਯੂਜ਼ਡ ਟੂ ਇਟ, ਅਤੇ ਸੀ ਹੈ ਜੀ ਈਵਨ ਇਫ ਇਟ ਇਜ਼ ਕੰਜ਼ਿਊਮਡ ਇਨ ਸਮਾਲ ਅਮਾਊਂਟਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਈਵਨ ਇੱਥੋਂ ਤੱਕ ਕਿ ਇਫ ਇਟ ਇਜ਼ ਕੰਜ਼ਿਊਮਡ, ਕਿ ਅਗਰ ਇਹ ਕੰਜ਼ਿਊਮ ਕੀਤੀ ਗਈ ਲਈ ਗਈ ਹੈ ਸ਼ਰਾਬ ਇਨ ਸਮॉल ਅਮਾਊਂਟ, ਥੋੜ੍ਹੀ ਮਾਤਰਾ ਵਿੱਚ, ਤਾਂ ਵੀ ਇਹ ਖਤਰਨਾਕ ਹੈਗੀ ਹੈ ਰੋਡ ਦੀ ਸੇਫਟੀ ਦੇ ਲਈ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 4 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਮਸਟ ਯੂ ਗਿਵ ਰਾਈਟ ਆਫ ਵੇ, ਕਿ ਕੀ ਤੁਹਾਨੂੰ ਰਾਹ ਦੇਣਾ ਚਾਹੀਦਾ, ਪਹਿਲ ਦੇਣੀ ਚਾਹੀਦੀ ਹੈ ਟੂ ਦਿਸ ਵਹੀਕਲ, ਇਸ ਵਹੀਕਲ ਨੂੰ ਜਿਹੜਾ ਆਪਾਂ ਫੋਟੋ 'ਚ ਦੇਖ ਰਹੇ ਹਾਂ, ਐਟ ਐਨ ਇੰਟਰਸੈਕਸ਼ਨ, ਇੱਕ ਚੁਰਾਹੇ ਦੇ ਉੱਪਰ, ਬਿਟਵੀਨ ਅ ਪੇਵਡ ਐਂਡ ਐਨ ਅਨਪੇਵਡ ਰੋਡ। ਪੇਵਡ ਰੋਡ ਹੁੰਦਾ ਜੀ ਕਿ ਜਿਹੜਾ ਮੇਨ ਰੋਡ ਹੋਵੇ ਕੋਈ ਵੀ, ਅਤੇ ਅਨਪੇਵਡ ਹੁੰਦਾ ਵਾ ਕੋਈ ਕੱਚਾ ਰਾਹ ਕਹਿ ਲਓ ਜਾਂ ਛੋਟਾ ਰਾਹ ਕਹਿ ਲਓ। ਠੀਕ ਹੈ, ਅਤੇ ਉਹ ਕਹਿੰਦਾ ਵੀ ਤੁਹਾਨੂੰ ਇੱਦਾਂ ਦੇ ਥਾਂ ਦੇ ਉੱਪਰ ਜਿੱਥੇ ਕਿ ਇੱਕ ਚੁਰਾਹਾ ਹੋਵੇ ਅਤੇ ਇੱਕ ਪਾਸੇ ਹੋਵੇ ਪੇਵਡ ਰੋਡ, ਮਤਲਬ ਕਿ ਪੱਕਾ ਰੋਡ, ਵਧੀਆ ਰੋਡ, ਵੱਡਾ ਰੋਡ, ਦੂਜੇ ਪਾਸੇ ਹੋਵੇ ਅਨਪੇਵਡ ਰੋਡ, ਤਾਂ ਤੁਹਾਨੂੰ ਉੱਥੇ ਰਾਹ ਦੇਣਾ ਬਣਦਾ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਨੋ, ਸਿੰਸ ਇਟ ਇਜ਼ ਕਮਿੰਗ ਫਰੋਮ ਐਨ ਅਨਪੇਵਡ ਰੋਡ। ਬੀ ਹੈਗਾ ਯੈਸ, ਬਿਕੋਜ਼ ਐਟ ਇੰਟਰਸੈਕਸ਼ਨਸ ਵਿਦਾਊਟ ਸਿਗਨਲਸ ਯੂ ਮਸਟ ਗਿਵ ਰਾਈਟ ਆਫ ਵੇ ਟੂ ਵਹੀਕਲਸ ਕਮਿੰਗ ਫਰੋਮ ਦਾ ਰਾਈਟ, ਅਤੇ ਸੀ ਹੈਗਾ ਯੈਸ ਬਿਕੋਜ਼ ਇਟਸ ਕਮਿੰਗ ਫਰੋਮ ਦਾ ਰਾਈਟ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਨਹੀਂ ਸਾਨੂੰ ਰਾਹ ਨਹੀਂ ਦੇਣਾ ਬਣਦਾ, ਸਿੰਸ ਇਟ ਇਜ਼ ਕਮਿੰਗ ਫਰੋਮ ਐਨ ਅਨਪੇਵਡ ਰੋਡ, ਕਿਉਂਕਿ ਇਹ ਆ ਰਿਹਾ ਹੈ ਵਹੀਕਲ ਅਨਪੇਵਡ ਰੋਡ ਤੋਂ, ਮਤਲਬ ਕੱਚੇ ਰਾਹ ਤੋਂ ਜਾਂ ਛੋਟੀ ਸੜਕ ਤੋਂ ਆ ਰਿਹਾ, ਇਸ ਕਰਕੇ ਸਾਨੂੰ ਇਹਨੂੰ ਰਾਹ ਦੇਣ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ ਜੀ,
इस करके इत्थे साडा आंसर हो गया जी ऑप्शन ए जी। चलते हैं जी अपने अगले क्वेश्चन ते जी। 5 नंबर क्वेश्चन है जी साडे कोल। वैन अ पुलिस ऑफिसर इज़ ब्लोइंग अ लॉन्ग ब्लास्ट ऑफ द विसल, कि जदों एक पुलिस ऑफिसर सीटी मारदा है लंबी सीटी, मतलब लॉन्ग ब्लास्ट ऑफ विसल, कि लंबी सीटी मतलब उहदे वालों मारी जाती है। ही इज़ ऑर्डरिंग, तो वह की ऑर्डर कर रहा है इस सीटी के नाल। ऑप्शन ए है जी व्हीकल टू स्टॉप, बी हैगा व्हीकल्स टू रिड्यूस स्पीड, तो सी है जी व्हीकल्स टू कंटिन्यू ट्रैवलिंग। तो इसदा आंसर है जी साडे कोल ऑप्शन सी जी, कि इस तरह की सीटी नालों व्हीकल्स नूं कह रहा वा कि वह कंटिन्यू ट्रैवल के चलते रहन। ठीक है जी, तो इस करके इत्थे साडा आंसर हो गया जी ऑप्शन सी जी। चलते हैं जी अपने अगले क्वेश्चन ते जी। 6 नंबर क्वेश्चन है जी साडे कोल। वैन मस्ट यू स्टॉप एट अ पेडेस्ट्रीयन क्रॉसिंग, कि तुहानू कदों रुकना चाहिए एक पेडेस्ट्रीयन क्रॉसिंग उपर जिथे कि मतलब राहगीर क्रॉस करते हैं। सिगनल्ड ओनली बाई रोड मार्किंग, जो इत्थे कि सिगनल सिर्फ रोड मार्किंग के थ्रू हैगा, मतलब कि सिर्फ पट्टियां वाइयां हुई रोड के उपर, होर कोई सिगनल नहीं है। मतलब जिमें कई बार होंदा ना कि ट्रैफिक लाइट भी लगी होंदी है, तो कहता उत्थे वो नहीं हैगी, सिर्फ तो सिर्फ रोड मार्किंग हैगी आ इदां दी जगह के उपर। ऑप्शन ये कहता वैन एवर अ पेडेस्ट्रीयन इज़ ऑलरेडी क्रॉसिंग इट और शोज़ हिज इंटेंशन टू डू सो। बी हैगा वैन अ पेडेस्ट्रीयन इज़ ऑलरेडी क्रॉसिंग इट बट नॉट वैन दे ओनली शो देयर इंटेंशन टू डू सो। तो सी हैगा जी ओनली वैन अ ट्रैफिक वार्डन टेल्स यू टू डू सो। तो इसदा आंसर है जी साडे कोल ऑप्शन ए जी, कि वैन एवर जदों भी अ पेडेस्ट्रीयन इज़ ऑलरेडी क्रॉसिंग, कि एक राहगीर है जिहड़ा ऑलरेडी मतलब क्रॉस कर रहा वा रोड नूं, और शोज़ और दिखा रहा वा हिज अटेंशन, ਉਹਦੀ मतलब अपना इंटेंशन ਹੁੰਦਾ ਵਾ कि वो अपने ਵੱਲੋਂ चाह रहा तुहानूं दसना कि टू डू सो, कि वो ਜਿਹੜਾ ਹੈਗਾ ਵਾ ਪੈਡਸਟਰੀਅਨ ਦੇ ਤੌਰ 'ਤੇ ਰੋਡ ਨੂੰ ਕ੍ਰੋਸ ਕਰਨਾ ਚਾਹੁੰਦਾ ਵਾ। ਤਾਂ ਇਹਨਾਂ ਦੋਵਾਂ ਹਾਲਾਤਾਂ ਦੇ ਵਿੱਚ ਕੀ ਹੈਗਾ ਕਿ ਸਾਨੂੰ ਸਟਾਪ ਕਰਨਾ ਬਣਦਾ ਹੈ, ਗੱਡੀ ਨੂੰ ਸਾਨੂੰ ਰੋਕਣਾ ਬਣਦਾ ਹੈ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 7 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ। ਐਟ ਐਨ ਇੰਟਰਸੈਕਸ਼ਨ ਵਿਦਆਊਟ ਸਿਗਨਲ, ਕਿ ਇੱਕ ਚੁਰਾਹਾ ਆ ਰਿਹਾ, ਚੁਰਸਤਾ ਆ ਰਿਹਾ ਹੈ ਜਿੱਥੇ ਕਿ ਸਿਗਨਲ ਨਹੀਂ ਹੈਗੇ, ਵਿਦਆਊਟ ਸਿਗਨਲਸ ਹੈਗਾ ਵਾ। ਦਾ ਵਹੀਕਲਸ ਵਿਦ ਦਾ ਰਾਈਟ ਆਫ ਵੇ, ਤਾਂ ਵਹੀਕਲ ਜਿਨ੍ਹਾਂ ਦਾ ਕਿ ਰਾਈਟ ਆਫ ਵੇ ਮਤਲਬ ਪਹਿਲ ਹੈਗੀ ਹੈ ਕਿਹਨਾਂ ਨੂੰ, ਆਰ ਆਰ ਦਾ ਵਨਸ ਇਨ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਅ ਲੇਨ ਐਕਸਕਲੂਸਿਵਲੀ ਫॉर ਸਰਟਨ ਵਹੀਕਲਸ। ਬੀ ਹੈਗਾ ਅ ਰਾਊਂਡ ਅਬਾਊਟ ਓਵਰ ਦੋਜ਼ ਹੂ ਵਾਂਟ ਟੂ ਐਂਟਰ ਇਟ, ਅਤੇ ਸੀ ਹੈਗਾ ਐਨ ਅਨਪੇਵਰਡ ਰੋਡ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਰਾਈਟ ਆਫ ਵੇ ਮਤਲਬ ਪਹਿਲ ਹੈਗੀ ਹੈ ਕਿਹਨਾਂ ਨੂੰ, ਜਿਹੜੇ ਕਿ ਅਰਾਊਂਡ ਅਬਾਊਟ ਓਵਰ, ਜਿਹੜੇ ਕਿ ਆਲਰੇਡੀ ਰਾਊਂਡ ਅਬਾਊਟ ਦੇ ਵਿੱਚ ਹੈਗੇ ਆ। ਦੋਜ਼ ਹੂ ਵਾਂਟ ਟੂ ਐਂਟਰ, ਉਹਨਾਂ ਦੇ ਉੱਪਰ ਪਹਿਲ ਹੈਗੀ ਹੈ ਜਿਹੜੇ ਕਿ ਐਂਟਰ ਕਰਨਾ ਚਾਹੁੰਦੇ ਆ ਹਜੇ ਰਾਊਂਡ ਅਬਾਊਟ ਦੇ ਵਿੱਚ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 8 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ। ਆਰ ਅਲਾਉਡ ਟੂ ਥਰੋ ਡੇਂਜਰਸ ਓਬਜੈਕਟਸ ਔਨ ਦਾ ਰੋਡ, ਕਿ ਕੀ ਤੁਹਾਨੂੰ ਆਗਿਆ ਹੈਗੀ ਹੈ ਕਿ ਤੁਸੀਂ ਸੁੱਟੋ ਕੋਈ ਖਤਰਨਾਕ ਚੀਜ਼ਾਂ ਸੜਕ ਦੇ ਉੱਪਰ। ਠੀਕ ਹੈ ਜੀ, ਆਪਸ਼ਨਸ ਹੈਗੇ ਆ ਸਾਡੇ ਕੋਲ। ਇਹਦੇ ਵਿੱਚ ਕਹਿ ਰਿਹਾ ਯੈਸ ਅਨਲੈਸ ਦੇ ਕੈਨ ਹਾਰਮ ਦਾ ਐਨਵਾਇਰਮੈਂਟ। ਬੀ ਹੈਗਾ ਯੈਸ ਅਨਲੈਸ ਦੇ ਕੈਨ ਕਾਜ਼ ਡੈਮੇਜ ਟੂ ਅਦਰ ਯੂਜ਼ਰਸ। ਅਤੇ ਸੀ ਹੈਗਾ ਜੀ ਨੋ ਨਥਿੰਗ ਦੈਟ ਕੈਨ ਕਾਜ਼ ਫਾਇਰਸ ਔਰ ਐਂਡੇਂਜਰ ਰੋਡ ਸੇਫਟੀ ਜੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਨਹੀਂ ਅਸੀਂ ਸਾਨੂੰ ਆਗਿਆ ਨਹੀਂ ਹੈਗੀ ਕਿ ਅਸੀਂ ਸੁੱਟੀਏ ਕੋਈ ਰੋਡ ਦੇ ਉੱਪਰ। ਨਥਿੰਗ ਦੈਟ ਕੈਨ ਕਾਜ਼, ਕੁਛ ਵੀ ਨਹੀਂ ਇੱਦਾਂ ਦਾ ਜਿਹੜਾ ਕਿ ਕਾਰਨ ਬਣ ਸਕਦਾ ਫਾਇਰ ਦਾ ਮਤਲਬ ਅੱਗ ਵਗੈਰਾ ਦਾ, ਔਰ ਐਂਡੇਂਜਰ ਰੋਡ ਸੇਫਟੀ, ਔਰ ਖਤਰਾ ਬਣ ਸਕਦਾ ਰੋਡ ਦੀ ਸੁਰੱਖਿਆ ਦੇ ਵਿੱਚ,
ਸੜਕ ਦੀ ਸੁਰੱਖਿਆ ਦੇ ਵਿੱਚ ਖਤਰਾ ਬਣ ਸਕਦਾ। ਇੱਦਾਂ ਦੀ ਅਸੀਂ ਕੋਈ ਵੀ ਚੀਜ਼ ਰੋਡ ਦੇ ਉੱਪਰ ਨਹੀਂ ਸੁੱਟ ਸਕਦੇ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 9 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਡੈਮੇਜ ਟੂ ਅ ਪਰਸਨ ਕੌਜ਼ਿੰਗ ਐਨ ਐਕਸੀਡੈਂਟ, ਕਿ ਕੀ ਨੁਕਸਾਨ ਜਿਹੜਾ ਕਿ ਇੱਕ ਪਰਸਨ ਨੂੰ ਹੁੰਦਾ ਹੈ ਜਿਹੜਾ ਕਿ ਐਕਸੀਡੈਂਟ ਦੇ ਵਿੱਚ ਇਜ਼ ਨਾਟ ਕਵਰਡ, ਜੋ ਕਿ ਕਵਰ ਨਹੀਂ ਕੀਤਾ ਜਾਂਦਾ ਬਾਈ ਕੰਪਲਸਰੀ ਇੰਸ਼ੋਰੈਂਸ। ਕੰਪਲਸਰੀ ਇੰਸ਼ੋਰੈਂਸ ਹੁੰਦੀ ਹੈ ਜਿਹੜੀ ਕਿ ਸਾਨੂੰ ਜ਼ਰੂਰੀ ਇੰਸ਼ੋਰੈਂਸ ਕਰਾਉਣੀ ਹੈਗੀ ਹੈ, ਕਰਾਉਣੀ ਹੁੰਦੀ ਹੈ, ਜਾਂ ਇਹਨੂੰ ਥਰਡ ਪਾਰਟੀ ਇੰਸ਼ੋਰੈਂਸ ਵੀ ਬੋਲ ਦਿੰਦੇ ਆ। ਅਤੇ ਸਭ ਤੋਂ ਸਸਤੀ ਇੰਸ਼ੋਰੈਂਸ ਆਪਣੇ ਕੋਲ ਇਹੀ ਹੁੰਦੀ ਹੈ। ਤਾਂ ਉਹਦੇ ਬਾਰੇ ਗੱਲ ਕਰ ਰਿਹਾ ਕਿ ਜੇ ਤੁਸੀਂ ਕੰਪਲਸਰੀ ਇੰਸ਼ੋਰੈਂਸ ਕਰਾਈ ਹੈ ਤਾਂ ਇੱਕ ਪਰਸਨ ਜਿਹਨੇ ਇੱਕ ਐਕਸੀਡੈਂਟ ਕੀਤਾ ਵਾ ਤਾਂ ਉਹਦਾ ਕਿਹੜਾ ਡੈਮੇਜ ਹੈ ਜਿਹੜਾ ਕਵਰ ਹੋਏਗਾ ਇਸ ਇੰਸ਼ੋਰੈਂਸ ਦੇ ਰਾਹੀਂ। ਠੀਕ ਹੈ ਜੀ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਪਰਸਨਲ ਡੈਮੇਜ ਟੂ ਆਕੂਪੈਂਟਸ ਆਫ ਦਾ ਵਹੀਕਲ ਵਿਚ ਕਾਜ਼ ਦਾ ਐਕਸੀਡੈਂਟ। ਬੀ ਹੈਗਾ ਪਰਸਨਲ ਡੈਮੇਜ ਟੂ ਦਾ ਡਰਾਈਵਰ ਰਿਸਪੋਂਸੀਬਲ। ਅਤੇ ਸੀ ਹੈਗਾ ਡੈਮੇਜ ਟੂ ਅਦਰ ਵਹੀਕਲ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਇਸ ਇੰਸ਼ੋਰੈਂਸ ਦੇ ਵਿੱਚ ਪਰਸਨਲ ਡੈਮੇਜ ਹੈ ਜਿਹੜਾ, ਮਤਲਬ ਕਿ ਜਿਹਨੇ ਐਕਸੀਡੈਂਟ ਕੀਤਾ ਵਾ ਉਹਨੂੰ ਜੋ ਨੁਕਸਾਨ ਹੋਇਆ, ਚਾਹੇ ਉਹਦੀ ਗੱਡੀ ਨੂੰ ਹੋਇਆ ਜਾਂ ਉਹਨੂੰ ਆਪਣੇ ਆਪ ਨੂੰ ਹੋਇਆ ਵਾ, ਜਿਹੜਾ ਕਿ ਡਰਾਈਵਰ ਰਿਸਪੋਂਸੀਬਲ ਹੈ ਐਕਸੀਡੈਂਟ ਦਾ, ਉਹ ਕਵਰ ਨਹੀਂ ਹੋਏਗਾ ਇਸ ਇੰਸ਼ੋਰੈਂਸ ਦੇ ਵਿੱਚ ਜੀ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 10 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਇਜ਼ ਐਬਨੋਰਮਲੀ ਰਿਡਿਊਸਡ ਸਪੀਡ। ਐਬਨੋਰਮਲੀ ਮਤਲਬ ਕਿ ਬਹੁਤ ਹੀ ਜ਼ਿਆਦਾ ਘੱਟ ਸਪੀਡ ਕੀ ਹੈਗੀ ਹੈ ਰੋਡ ਦੇ ਲਈ। ਠੀਕ ਹੈ ਜੀ। ਆਪਸ਼ਨ ਇਹ ਕਹਿੰਦਾ ਅ ਸਪੀਡ ਹਾਇਰ ਦੈਨ ਦਾ ਮਿਨੀਮਮ ਪਰਮਿਟਡ। ਬੀ ਹੈਗਾ ਅ ਸਪੀਡ ਲੋਅਰ ਦੈਨ ਦਾ ਮੈਕਸੀਮਮ ਪਰਮਿਟਡ। ਅਤੇ ਸੀ ਹੈਗਾ ਅ ਸਪੀਡ ਲੋਅਰ ਦੈਨ ਦਾ ਮਿਨੀਮਮ ਪਰਮਿਟਡ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਆ ਸਪੀਡ ਲੋਅਰ ਦੈਨ, ਕਿ ਸਪੀਡ ਜਿਹੜੀ ਕਿ ਘੱਟ ਹੋਵੇ ਕਿਤੋਂ ਮਿਨੀਮਮ ਜਿਹੜੀ ਪਰਮਿਟਡ ਹੈਗੀ ਹੈ, ਮਤਲਬ ਜਿਹੜੀ ਘੱਟ ਤੋਂ ਘੱਟ ਰੋਡ ਦੀ ਸਪੀਡ ਹੋਣੀ, ਤੁਹਾਡੀ ਗੱਡੀ ਦੀ ਸਪੀਡ ਹੋਣੀ ਚਾਹੀਦੀ ਆ, ਉਸ ਤੋਂ ਵੀ ਅਗਰ ਤੁਸੀਂ ਥੱਲੇ ਦੀ ਸਪੀਡ 'ਤੇ ਚਲਾ ਰਹੇ ਹੋ ਗੱਡੀ ਨੂੰ ਤਾਂ ਉਹਨੂੰ ਐਬਨੋਰਮਲੀ ਰਿਡਿਊਸ ਸਪੀਡ ਮੰਨਿਆ ਜਾਏਗਾ ਜੀ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 11 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਇਫ ਅ ਸਮਾਲ ਅਮਾਊਂਟ ਆਫ ਅਲਕੋਹਲ ਇਜ਼ ਇੰਜਸਟਡ, ਕਿ ਅਗਰ ਤੁਸੀਂ ਥੋੜ੍ਹੀ ਮਾਤਰਾ ਦੇ ਵਿੱਚ ਅਲਕੋਹਲ ਸ਼ਰਾਬ ਲਈ ਹੈ ਤਾਂ ਆਪਸ਼ਨ ਇਹਦੇ ਵਿੱਚ ਕਹਿ ਰਿਹਾ ਜੀ ਕਿ ਇਟ ਓਨਲੀ ਅਫੈਕਟਸ ਡਰਾਈਵਿੰਗ ਐਬਿਲਿਟੀ ਇਫ ਟੇਕਨ ਵਿਦ ਅਦਰ ਇਲੀਗਲ ਡਰੱਗਸ। ਬੀ ਹੈਗਾ ਸਰਟਨ deterioration is in driving ability is produced. C ਹੈਗਾ no deterioration in driving ability is produced। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ certain deterioration, ਕਿ ਮਤਲਬ ਕੁਛ ਧਿਆਨ ਭਟਕਣ ਦਾ ਕਾਰਨ ਇਨ ਡਰਾਈਵਿੰਗ ਐਬਿਲਿਟੀ, ਜਿਹੜੀ ਤੁਸੀਂ ਡਰਾਈਵਿੰਗ ਕਰਨ ਦਾ ਯੋਗਤਾ ਹੈਗਾ, ਇਜ਼ ਪ੍ਰੋਡਿਊਸਡ, ਪੈਦਾ ਹੋ ਸਕਦਾ ਵਾ। ਮਤਲਬ ਕਿ ਅਗਰ ਤੁਸੀਂ ਥੋੜ੍ਹੀ ਵੀ ਡਰਿੰਕ ਲਈ ਹੈ, ਸ਼ਰਾਬ ਲਈ ਹੈ, ਤਾਂ ਤੁਹਾਡਾ ਇਹ ਧਿਆਨ ਭਟਕਣ ਦਾ ਕਾਰਨ ਬਣ ਸਕਦੀ ਹੈ। ਡਿਟੋਰੀਨੇਸ਼ਨ ਦਾ ਮਤਲਬ ਹੁੰਦਾ ਕਿ ਤੁਹਾਡਾ ਧਿਆਨ ਭਟਕਣਾ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 12 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਲੋਡਿੰਗ ਆ ਵਹੀਕਲ ਵਿਦ ਮੋਰ ਵੇਟ, ਕਿ ਇੱਕ ਵਹੀਕਲ ਹੈ ਜਿਹਦੇ ਉੱਪਰ ਤੁਸੀਂ ਲੋਡ ਕੀਤਾ ਵਾ ਵੇਟ ਜ਼ਿਆਦਾ ਦੈਨ ਆਥੋਰਾਈਜ਼, ਜਿਹੜਾ ਕਿ ਤੁਹਾਨੂੰ ਆਥੋਰਾਈਜ਼ ਹੈਗਾ ਉਸ ਤੋਂ ਤੁਸੀਂ ਜ਼ਿਆਦਾ ਲੋਡ ਪਾਇਆ ਹੋਇਆ ਤਾਂ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਡਜ਼ ਨਾਟ ਅਫੈਕਟ ਰੋਡ ਸੇਫਟੀ ਐਟ ਆਲ। ਬੀ ਹੈਗਾ ਅਫੈਕਟਸ ਐਕਸੀਲਰੇਸ਼ਨ, ਬ੍ਰੇਕਿੰਗ ਐਂਡ ਦਾ ਸਟੇਬਿਲਿਟੀ ਆਫ ਦਾ ਵਹੀਕਲ। ਸੀ ਹੈਗਾ ਓਨਲੀ ਅਫੈਕਟਸ ਦਾ ਟਾਇਰਸ ਸੋ ਪ੍ਰੈਸ਼ਰ ਮਸਟ ਬੀ ਇਨਕਰੀਜ਼ਡ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਅਗਰ ਅਸੀਂ ਭਾਰ ਜ਼ਿਆਦਾ ਲੱਦਿਆ ਗੱਡੀ ਦੇ ਉੱਤੇ ਤਾਂ ਇਹ ਅਫੈਕਟ ਕਰਦਾ ਵਾ ਐਕਸੀਲੇਸ਼ਨ ਨੂੰ, ਮਤਲਬ ਕਿ ਗੱਡੀ ਦੀ ਸਪੀਡ ਨੂੰ, ਬ੍ਰੇਕਿੰਗ, ਗੱਡੀ ਦੀਆਂ ਜੋ ਬ੍ਰੇਕਾਂ ਲਾਉਂਦੇ ਉਹਦੇ ਵਿੱਚ, ਐਂਡ ਸਟੇਬਿਲਿਟੀ ਆਫ ਦਾ ਵਹੀਕਲ,
ਤੇ ਜਿਹੜਾ ਸੰਤੁਲਨ ਹੈਗਾ ਵਾ ਉਹਦੀ ਸਟੇਬਿਲਿਟੀ ਹੈਗੀ ਆ ਉਹਦੇ ਵਿੱਚ ਵੀ ਫਰਕ ਪਾਉਂਦਾ ਹੈ, ਉਹਨੂੰ ਵੀ ਪ੍ਰਭਾਵਿਤ ਕਰਦਾ ਹੈ, ਅਫੈਕਟ ਕਰਦਾ ਹੈ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 13 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਦਿਸ ਸਾਈਨ ਪ੍ਰੋਬਿਟਸ ਦਾ ਐਂਟਰੀ ਆਫ। ਸਿੰਪਲੀ ਆਪਾਂ ਨੂੰ ਇਹ ਸਾਈਨ ਦਿੱਤਾ ਹੋਇਆ ਤੇ ਕਹਿੰਦਾ ਕਿ ਕਿਸ ਦੀ ਮਨਾਹੀ ਕਰਦਾ ਪਿਆ, ਕਿਹੜੇ ਵਹੀਕਲ ਦੀ ਐਂਟਰੀ ਦੀ ਮਨਾਹੀ ਕਰਦਾ ਪਿਆ। ਠੀਕ ਹੈ ਜੀ, ਆਪਸ਼ਨ ਏ ਹੈ ਜੀ ਸਾਈਕਲਸ, ਬੀ ਹੈਗਾ ਐਨੀ ਟੂ ਵੀਲਡ ਵਹੀਕਲ, ਅਤੇ ਸੀ ਹੈਗਾ ਮੋਪੇਡਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ। ਇਹ ਸਾਨੂੰ ਮੋਪੇਡਸ ਨੂੰ ਐਂਟਰੀ ਕਰਨ ਤੋਂ ਮਨਾਹੀ ਕਰਦਾ ਪਿਆ। ਜਿਹੜਾ ਸਾਈਨ ਹੈਗਾ ਵਾ ਹੈ ਤਾਂ ਲੱਗਦਾ ਸਾਈਕਲ ਹੀ ਪਿਆ ਹੈ, ਅਤੇ ਬਟ ਇਹ ਮੋਪੇਡ ਦੇ ਲਈ ਸਾਈਨ ਵਰਤਦੇ ਹੈਗੇ ਆ, ਅਤੇ ਇਸ ਕਰਕੇ ਧਿਆਨ ਰੱਖਣਾ ਕਿ ਇਹ ਮੋਪੇਡ ਦੇ ਲਈ ਹੈਗਾ ਵਾ, ਅਤੇ ਇੱਥੇ ਮੋਪੇਡ ਨੂੰ ਮਨਾਹੀ ਹੈਗੀ ਹੈ। ਠੀਕ ਹੈ ਜੀ, ਐਂਟਰੀ ਕਰਨ ਦੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੈਗਾ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵੈਨ ਇਜ਼ ਅ ਪਾਰਕਡ ਵਹੀਕਲ ਕੰਸੀਡਰਡ ਅ ਸੀਰੀਅਸ ਓਬਸਟੈਕਲ। ਕਿ ਕਦੋਂ ਇੱਕ ਪਾਰਕ ਕੀਤਾ ਹੋਈ ਗੱਡੀ ਕੰਸੀਡਰ ਮੰਨੀ ਜਾਂਦੀ ਆ ਅ ਸੀਰੀਅਸ ਓਬਸਟੈਕਲ, ਮਤਲਬ ਕਿ ਕੋਈ ਗੰਭੀਰ ਰੁਕਾਵਟ, ਟੂ ਦਾ ਫਲੋ ਆਫ ਦਾ ਟਰੈਫਿਕ, ਕਿ ਟਰੈਫਿਕ ਦੇ ਫਲੋ ਦੇ ਲਈ, ਮਤਲਬ ਟਰੈਫਿਕ ਦੇ ਚੱਲਣ ਵਿੱਚ ਇੱਕ ਵੱਡੀ ਰੁਕਾਵਟ ਮੰਨੀ ਜਾਂਦੀ ਹੈ। ਆਪਸ਼ਨ ਏ ਦੇ ਵਿੱਚ ਕਹਿ ਰਿਹਾ ਵੈਨ ਇਟ ਇਜ਼ ਡਬਲ ਪਾਰਕਡ ਵਿਦਆਊਟ ਅ ਡਰਾਈਵਰ, ਬੀ ਹੈਗਾ ਵੈਨ ਇਟ ਇਜ਼ ਡਨ ਇਨ ਅ ਸਪੇਸ meant for loading or unloading outside of its designated time, ਤੇ ਸੀ ਹੈਗਾ ਜੀ when parking time exceeds 15 minutes। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਜਦੋਂ ਕੋਈ ਗੱਡੀ ਡਬਲ ਪਾਰਕ ਹੋਏਗੀ। ਠੀਕ ਹੈ ਜੀ, ਡਬਲ ਪਾਰਕ ਵਿਦਆਊਟ ਏ ਡਰਾਈਵਰ, ਔਰ ਉਹ ਬਿਨਾਂ ਡਰਾਈਵਰ ਤੋਂ ਹੋਏਗੀ ਤਾਂ ਉਹਨੂੰ ਇੱਕ ਸੀਰੀਅਸ ਓਬਸਟੈਕਲ, ਇੱਕ ਗੰਭੀਰ ਰੁਕਾਵਟ ਮੰਨਿਆ ਜਾਂਦਾ ਹੈਗਾ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 15 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਬੈਕ ਫੌਗ ਲਾਈਟਸ ਵਿਲ ਬੀ ਯੂਜ਼ਡ ਓਨਲੀ ਵੈਨ। ਕਿ ਜਿਹੜੀਆਂ ਪਿਛਲੇ ਹਿੱਸੇ ਦੀਆਂ ਫੌਗ ਲਾਈਟਸ ਹੁੰਦੀਆਂ ਵਾ, ਜਿਹੜੀਆਂ ਆਪਾਂ ਧੁੰਦ 'ਚ ਵਰਤਦੇ ਹਾਂ, ਉਹ ਯੂਜ਼ ਹੋਣਗੀਆਂ ਸਿਰਫ ਕਦੋਂ। ਆਪਸ਼ਨ ਏ ਦੇ ਵਿੱਚ ਕਹਿ ਰਿਹਾ ਟਰੈਵਲਿੰਗ ਐਟ ਐਨ ਐਬਨੋਰਮਲੀ ਲੋ ਸਪੀਡ, ਬੀ ਹੈਗਾ ਟਰੈਵਲਿੰਗ ਔਨ ਹਾਈ ਮਾਊਂਟੇਨ ਰੋਡਸ, ਅਤੇ ਸੀ ਹੈਗਾ ਮੈਟਰੋਲੋਜੀਕਲ ਕੰਡੀਸ਼ਨਸ ਆਰ ਅਸਪੈਸ਼ਲੀ ਅਨਫੇਵਰੇਬਲ। ਠੀਕ ਹੈ ਜੀ, ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਜਦੋਂ ਮੈਟਰੋਲੋਜੀਕਲ ਕੰਡੀਸ਼ਨ ਹੁੰਦੀਆਂ, ਕਿ ਮਤਲਬ ਜਿਹੜਾ ਮੌਸਮ ਹੈ, ਜਿਹੜਾ ਉਹਦੀ ਕੰਡੀਸ਼ਨ ਹੈਗੀ ਆ ਆਰ ਅਸਪੈਸ਼ਲੀ ਅਨਫੇਵਰੇਬਲ, ਕਿ ਖਾਸ ਤੌਰ 'ਤੇ ਖਰਾਬ ਹੈਗਾ ਮੌਸਮ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਬੈਕ ਫੌਗ ਲਾਈਟਸ ਨੂੰ ਵਰਤਦੇ ਹੈਗੇ ਹਾਂ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਅਤੇ ਇਸ ਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਇੱਥੇ ਖ਼ਤਮ ਕਰਦੇ ਹਾਂ। ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ, ਅਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਅਤੇ ਨਾਲ ਦੀ ਲੱਗਦੀ ਬੈਲ ਨੂੰ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਕਿਸੇ ਵੀ ਨਵੀਂ ਵੀਡੀਓ ਦੇ ਅਪਲੋਡ ਹੋਣ ਤੋਂ ਬਾਅਦ। ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਬਾਕੀ ਦੇ 15 ਕੁਐਸਚਨ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ।